रातों रात पैसे दे लिया सी इन्ने को भी बच्चा बाहर आने की कोशिश, बच्चा भी नहीं है साढ़े जिड्डा है, तकरीबन उनकी उम्र 18-19 साल, वो कहते हैं 16 साल है। तो अस्सलामुअलैकुम नाज़रीन, आप देख रहे हैं 40 टीवी में आपका मेज़बान सरदार जवेद आशिक डोगर। चंद दिन पहले एक दिल हिला देने वाला वाक़या पेश आता है लाहौर में। क्या होता है कि एक फ़ैमिली यानी कि 2 गाड़ियों में कहीं से आ रही होती है, तो रास्ते में रोड एक्सीडेंट हो जाता है, तो उसके यानी कि 3 ख़ानदानों के 6 अफराद ज़िंदगी की बाजी हार जाती हैं। तो तरह तरह की क्यासराइयाँ की जाने लगती हैं। कुछ लोग कहते हैं कि ये एक हादसा था, और कुछ लोगों ने प्रोग्राम किए, उनका कहना था कि ये हादसा नहीं था, ये जानबूझकर मारा गया, कत्ल किया गया। तो हमारे पास उस मुतासरा फैमिली के रिश्तेदार मौजूद हैं, उनसे बात करते हैं कि क्या ये हादसा था या उनको मारा गया, क्या वजह बनती है, और जो लोग आ रहे थे वो कहाँ से आ रहे थे और कहाँ के रहने वाले थे। बाकी इस मुतासरा भाई से बात करते हैं कि ऐसी क्या वजह बनी कि 6 जाने एक साथ चली गई। अस्सलाम वालेकुम। वालेकुम सलाम। प्यारे भाई की ना है तनवीर। अच्छा, तुसी ਇਹ ਦੱਸੋ ਕਿ ਉਹ ਜਿਹੜੇ ਤੁਹਾਡੇ ਰਿਸ਼ਤੇਦਾਰ ਆ ਰਿਹਾ ਸੀ ਉਹ ਕਿੱਥੋਂ ਆ ਰਿਹਾ ਸੀ? शादी तो आ रहा है ਕਿਹੜੀ ਜਗ੍ਹਾ ਤੋਂ? शेखुपुरा तो। ਸ਼ੇਖੂਪੁਰਾ ਤੋਂ। ਤੇ ਤੁਸੀਂ ਇਹ ਦੱਸੋ ਕਿ ਜਿਹੜਾ ਰੋਡ ਐਕਸੀਡੈਂਟ ਹੁੰਦਾ ਹੈ, ਕੁਝ ਲੋਕ ਕਹਿੰਦੇ ਨੇ ਕਿ ਜੀ ਰੋਡ ਐਕਸੀਡੈਂਟ ਨਹੀਂ ਹੋਇਆ, ਉਹਨੇ ਕਤਲ ਕੀਤਾ ਹੈ, ਉਹ ਯਾਨੀ ਕਿ ਹੂਟਿੰਗ ਵਗੈਰਾ ਕਰ ਰਿਹਾ ਸੀ ਰਸਤੇ 'ਚ, ਉਸ ਤੋਂ ਬਾਅਦ ਉਹਨੇ ਗੱਡੀ ਹੈ ਜਿਹੜੀ ਜਾਣਬੁੱਝ ਕੇ ਮਾਰੀ, ਕਿ ਉਹ ਜਾਣਬੁੱਝ ਕੇ ਮਾਰੀ ਹੈ ਜਾਂ ਵੈਸੇ ਹੀ ਐਕਸੀਡੈਂਟ ਹੋ ਗਿਆ? नहीं वो इंज सी ना भी डिफेंस के इशारे तो खड़े गए सी। अच्छा। पहले पिछे मौसम भी आतबाजियाँ करता है, कभी अगे कर गड्डी कभी पिछे कर गड्डी, तो उस बाद इशारे तो खड़े गए सी, तो रस्ता चेंज ना कर लिया भी इशारे तो खो गए, तो इधरों लगा है उधरों भी इनका इशारा ओपन हो गया, तो उनका इशारा बंद हो गया, उन्हें ओवर स्पीड ही गया सी, आइस का नशा उन्हें किया है, तो आ रहा सी ओवर स्पीड से फिर नाल टकरा हो गया। ਜਦੋਂ ਗੱਡੀਆਂ ਆਪਸ ਵਿੱਚ ਵੱਜੀਆਂ ਤੇ ਜਿਹੜੇ ਲੋਕ ਯਾਨੀ ਕਿ ਦੁਨੀਆ ਤੇ ਨਹੀਂ ਰਹਿ ਗਏ, ਉਹਨਾਂ ਦੀਆਂ ਕਿੰਨੀਆਂ ਕਲਾਬਾਜ਼ੀ ਉਹਨਾਂ ਦੀ ਗੱਡੀ ਨੇ ਖਾਧੀ? 6 ਗਾਲਾਂ ਬਾਜ਼ੀ। 6 ਕਲਾਬਾਜ਼ੀਆਂ ਖਾਧੀਆਂ। ਤੇ ਗੱਡੀ ਦਾ ਅਸੀਂ ਵੇਖਿਆ, ਗੱਡੀ ਦਾ ਬਹੁਤ ਬੁਰਾ ਹਾਲ ਸੀ, ਵੇਖਣ ਦੇ ਕਾਬਲ ਨਹੀਂ ਹੈਗਾ ਸੀ। ਜਦੋਂ ਤੁਹਾਨੂੰ ਕਾਲ ਆਉਂਦੀ ਹੈ, ਤੁਹਾਨੂੰ ਪਤਾ ਚੱਲਦਾ ਹੈ ਕਿ ਐਕਸੀਡੈਂਟ ਹੋ ਗਿਆ, ਤੁਸੀਂ ਮੌਕੇ ਤੇ ਜਾਂਦੇ ਹੋ, ਤੇ ਕੀ ਹਾਲਾਤ ਸੀ ਉੱਥੋਂ ਦੇ? अस मौके पर जाने ते हालात ये सी भी छे मसलन 2 अस हॉस्पिटल लैते गए जनरल, तो 4 ਦੋ ਨੂੰ ਸਾਹ ਆ ਰਿਹਾ ਸੀ, 4 ਮੌਕੇ ਤੇ ਯਾਨੀ ਕਿ ਵਫਾਤ ਪਾ ਚੁੱਕੇ। हाँ जी बिल्कुल। ਤੇ ਜਦੋਂ ਯਾਨੀ ਕਿ ਤੁਸੀਂ 2 ਨੂੰ ਚੁੱਕਿਆ, ਹਸਪਤਾਲ ਲੈ ਕੇ ਗਏ, ਤੇ 2 ਹਸਪਤਾਲ ਪਹੁੰਚਦਿਆਂ ਨਾਲ ਵਫਾਤ ਪਾ ਗਏ। हाँ जी उत्थे कोई मसे कोई 5 मिनट रह होंगे। ਅੱਛਾ, ਜਿਹੜੇ 6 ਅਫਰਾਦ ਫੌਤ ਹੁੰਦੇ ਨੇ ਉਹਨਾਂ ਦੀ ਉਮਰਾਂ ਕੀ ਹੈ ਸੀ? 2 ਬੱਚੇ ਗਏ ਸੀ, ਇੱਕ 6 ਮਾਹ ਦਾ ਬੱਚਾ ਸੀ ਤੇ ਇੱਕ 6 ਮਾਹ ਦਾ ਬੱਚਾ ਸੀ ਜਿਹੜਾ ਯਾਨੀ ਕਿ ਹਾਦਸੇ ਦੇ ਵਿੱਚ हाँ जी एक 5 साल ਦੀ ਬੱਚੀ ਸੀ, 5 ਸਾਲ ਦੀ ਬੱਚੀ ਸੀ, तो 2 ਬਾਕੀ ਕੋਈ 25 ਸਾਲ ਦੇ, ਇੱਕ 23-24 ਸਾਲ ਦੀ ਸੀ। ਯਾਨੀ ਕਿ ਹਾਲੇ ਜਵਾਨ ਹੀ ਆਇਆ ਸੀ। हाँ जी। ਜਦੋਂ ਫਿਰ ਤੁਸੀਂ ਯਾਨੀ ਕਿ ਉਹਨਾਂ ਨੂੰ ਲੈ ਕੇ ਚਲੇ ਜਾਂਦੇ ਹੋ ਹਸਪਤਾਲ, 2 ਜਣੇ ਹਸਪਤਾਲ ਜਾ ਕੇ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਨੇ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਦਫਨਾਉਂਦੇ ਹੋ, ਥਾਣੇ ਜਾਂਦੇ ਹੋ, ਕਿ ਤੁਹਾਡੀ ਯਾਨੀ ਕਿ ਥਾਣੇ ਚਲੇ ਜਾਂਦੇ, ਤੁਹਾਡੀ ਉੱਥੇ ਸੁਣਵਾਈ ਹੋ ਗਈ, ਪਰਚਾ ਹੋ ਗਿਆ? अस उधर चले गए तो ना पहले मसलन गए हैं तो अहाँ क्या भी असा पोस्टमार्टम कराना है, तो उस बाद ठीक ही हो जाएगा। तो अगों सवेर ਨੂੰ छुट्टी गई सी इतवार ਦੀ, तो पहले मसलन FIR उन्हें दर्ज कर ली होनी थाने वाले, जो गया ही थाने वाले FIR तो दर्ज होनी सी, होगी, तो उस बाद सानू ना क्या छुट्टी होई ये है वो है, बयान नहीं ਟਾਲ ਮਟੋਲ ਤੋਂ ਕੰਮ ਲੈਂਦੇ ਰਹੇ। ਉਹ ਲੈਂਦੇ ਰਹੇ। ਸੁਬਹ ਰਾਤ ਦੇ 10 ਵਜੇ ਫੋਤ ਹੋਏ ਸੀ, ਸਵੇਰੇ 11 ਵੱਜ ਗਏ ਸੀ, ਤੇ ਵਜ਼ੀਰ ਆਜ਼ਮ ਅਜੇ ਤੱਕ ਕੋਈ ਪੋਸਟਮਾਰਟਮ ਨਹੀਂ ਹੋਇਆ? ਕੁਛ ਵੀ ਨਾ ਹੋਇਆ। ਛੁੱਟੀ ਇਹ ਸਵੇਰ ਹੋਏਗਾ, ਸਵੇਰ ਤੇ ਜਾਏਗਾ, ਸਵੇਰ ਕੇ ਜਾਏਗਾ, ਡਾਕਟਰ ਇਹ ਕੀਤੀ ਜਾਂਦੇ ਸੀ। ਤੇ ਉਸ ਤੋਂ ਬਾਅਦ ਵਜ਼ੀਰ ਆਜ਼ਮ ਨੇ ਨੋਟਿਸ ਲਿਆ, ਨੋਟਿਸ ਲੈਣ ਦੇ ਨਾਲ ਫਿਰ ਉਸ ਤੋਂ ਬਾਅਦ ਉਹ ਡਾਕਟਰ ਆ ਗਿਆ, ਉਹੀ ਸਾਰਾ ਕੁਝ ਛੁੱਟੀ ਵਾਲੇ ਦਿਨ ਪੋਸਟਮਾਰਟਮ ਵੀ ਹੋ ਗਿਆ, ਫਿਰ ਪੋਸਟਮਾਰਟਮ ਵੀ ਹੋ ਗਿਆ। ਹਾਂਜੀ। ਤੇ ਹੁਣ ਉਹ ਜਿਹੜਾ ਲੜਕਾ ਜੇਲ੍ਹ 'ਚ ਹੈਗਾ ਵੇ, ਉਹਦੇ ਵਾਲਿਦ ਕਹਿੰਦੇ ਨੇ ਕਿ ਬੜੇ ਅਮੀਰ ਨੇ, ਇੱਕ ਮੀਰਜ਼ਾਦੇ ਦਾ ਪੁੱਤਰ ਹੈਗਾ ਵੇ, ਤੁਹਾਨੂੰ ਕੋਈ ਪੈਸਿਆਂ ਦੀ ਆਫਰ ਕੀਤੀ ਗਈ ਹੋਵੇ ਕਿ ਪੈਸੇ ਲੈ ਲਓ, ਸੁਲ੍ਹਾ ਕਰ ਲਓ, ਇੰਜ ਦੀ ਕੋਈ offer? ਉਹਨਾਂ ਥਾਣੇ ਰਾਤੋਂ ਰਾਤ ਪੈਸੇ ਦੇ ਲਿਆ ਸੀ ਇੰਨੇ ਕੋ ਵੀ ਬੱਚਾ ਬਾਹਰ ਆਉਣ ਦੀ ਕੋਸ਼ਿਸ਼, ਬੱਚਾ ਵੀ ਨਹੀਂ ਹੈਗਾ ਸਾਡੇ ਜਿੱਡਾ ਹੈਗਾ, ਤਕਰੀਬਨ ਉਹਦੀ ਉਮਰ 18-19 ਸਾਲ, ਉਹ ਕਹਿੰਦੇ ਨੇ 16 ਸਾਲ, ਤੇ ਆਇਸ ਦਾ ਨਸ਼ਾ ਕੀਤਾ ਹੈਗਾ ਸੀ ਉਹਨੇ ਜਦੋਂ ਵੱਜਿਆ ਹੈਗਾ। ਨਹੀਂ, ਹੁਣ ਤੁਹਾਨੂੰ ਉਹਨਾਂ ਦੀ ਵੀ ਯਾਨੀ ਕਿ ਜਿਹੜੇ ਵਰਸਾ ਨੇ ਤੁਹਾਡੇ ਕੋਲ ਆਏ ਹੋਣ, ਤੁਹਾਨੂੰ ਕੋਈ ਪੈਸਿਆਂ ਦੀ ਆਫਰ ਕੀਤੀ ਹੋਵੇ ਕਿ ਜੀ ਸੁਲ੍ਹਾ ਕਰ ਲਓ, ਜਾਂ ਅਜੇ ਤੱਕ ਤੁਹਾਡੇ ਕੋਲ ਹੀ ਨਹੀਂ ਆਇਆ? ਅਸਾਂ ਉਹਨਾਂ ਨੂੰ ਸੁਲ੍ਹਾ ਤੇ ਪੈਸੇ ਹੀ ਤੋਫਰ ਅਸਾਂ ਕਰਨੇ, ਪੈਸੇ ਕਰਨੇ ਵੀ ਕੀਰਾ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈਗਾ। तो सुलह वास्ते तो आए नहीं, तो ना ही असा जाए सुलह करनी होना सा, तो फिर जो पोस्टमार्टम करा रहा सा तो फिर पर्चा करावांगे, जो कुछ भी होया असा फिर नाल ही हुकूमत अगे अपील है साडी भी सानू इंसाफ चाहिए। हुकूमत अगे हुण तुहाडी की अपील हैगी है कि वो बच्चे नूं की सज़ा दित्ती जावे? जो साडे नाल होया वो उहदे नाल हो जावे, ਉਹਨੂੰ ਵੀ ਸਰੇਆਮ ਸਜ਼ਾ ਦਿੱਤੀ ਹੈ, ਸਜ਼ਾ ਮੌਤ ਦਿੱਤੀ ਹੈ। बिल्कुल जो साडियां 6 जाना गईयां तो एक भी जा सकती, उन्होंने एक जान लगा की हो जाएगा। जी नाजरीन, ये मुतासरा भाई हमारे पास मौजूद थे, जिनका कहना है कि उस नौजवान ने, एक मीरजादे का बेटा था, उसने नशा किया हुआ था,
और नशे में वो हमारी यानी कि जो फीमेल थी उनको हुटिंग करता था। तो कभी गाड़ी आगे ले आता, कभी गाड़ी पीछे ले आता, तो उसने ज़ोरदार टक्कर मारी जिसकी वजह से ये हादसा होता है और 6 अफराद यानी कि ज़िंदगी की बाजी हार जाते हैं। तो यकीनन ये उस फैमिली के लिए बहुत बड़ा एक सदमा है। तो अल्लाह ताला से दुआ गूँ कि अल्लाह ताला इस मुतासरा फैमिली को सब्र दे, और जो लोग इस दुनिया में नहीं रहे तो जिसकी देख सकते हैं कि 3 कब्रें साथ साथ ही हैं, तो जो दूसरे 3 हैं उनकी साथ साथ हैं। 3 लोगों को यानी कि एक साथ दफना दिया गया, एक ही दिन में 6 अफराद को दफना दिया गया। तो देखें कि कैसा ये लम्हा होगा जब एक ही ख़ानदान के 6 अफराद ज़िंदगी की बाजी हार जाते हैं, तो उस घर में तो क़यामत टूट पड़ती है, कहराम मच जाता है। तो अल्लाह ताला से दुआ गूँ कि अल्लाह ताला जो इस दुनिया में नहीं रहे, अल्लाह ताला उनको जन्नत में अल्लाह मकाम अता फ़रमाए और इनके वर्सा को सब्र जमील अता फ़रमाए। तो इसी के साथ अपने मेज़बान सरदार जवेद अशरफ डोगर को दीजिए इजाज़त। अल्लाह निगहबान।